एक भाई ढेसा ਉਹਨੂੰ ਸੰਗਤ ਹੋ ਗਈ ਸਾਈਂ ਦਾਸ ਜੀ ਦੀ। ਭਾਈ ਢੇਸਾ ਕਹਿੰਦਾ ਸਾਈਂ ਦਾਸ ਗੱਲ ਕਰਨੀ ਹੈ ਤੇ ਸਾਈਂ ਦਾਸ ਜੀ ਕਹਿੰਦੇ ਦੱਸੋ, ਕਿਉਂਕਿ ਜਿਹੜਾ ਸੰਗਤਾਂ ਨੂੰ ਜੋੜੇ ਫਿਰ ਵਿੱਚ ਸਮਾਂ ਦੇਣਾ ਪੈਂਦਾ। ਭਾਈ ਢੇਸਾ ਕਹਿੰਦਾ ਨਾਮ ਕਿਵੇਂ ਮਿਲੇ, ਸਾਰੀ ਨਾਮ ਦੀ ਮਹਿਮਾ ਵੇਖੋ। ਨਾਮ ਸਾਈਂ ਦਾਸ ਜੀ ਕਹਿੰਦੇ ਐ ਜੇ ਨਾਮ ਲੈਣਾ, ਨਾਮ ਲੈਣ ਤੋਂ ਪਹਿਲਾਂ ਭਾਂਡਾ ਤਿਆਰ ਚਾਹੀਦਾ, ਜਿਸ ਭਾਂਡੇ 'ਚ ਨਾਮ ਪੈਣਾ ਹੈ। ਗੱਜ ਕੇ ਆਖੋ ਸਤਿ। ਉਹ ਭਾਂਡਾ ਤਿਆਰ ਹੋ ਗਿਆ। ਮੈਂ ਕਹਿੰਦਾ ਭਾਈ ਢੇਸਾ ਜੀ ਤੋਂ ਕੁਰਬਾਨ ਜਾਈਏ। ਉਹਨਾਂ ਅਗਲਾ ਕੁਐਸਚਨ ਕਰਤਾ, ਕਹਿੰਦੇ ਭਾਂਡਾ ਕਿਵੇਂ ਤਿਆਰ ਹੋਵੇ? ਸਾਈਂ ਦਾਸ ਜੀ ਭਾਂਡਾ ਕਿਵੇਂ ਤਿਆਰ ਹੋਵੇ? ਸਾਈਂ ਦਾਸ ਜੀ ਕਹਿੰਦੇ ਵੀ ਭਾਂਡਾ ਤਿਆਰ ਕਰਨ ਦੇ ਦੋ ਢੰਗ ਨੇ। ਉਹ ਭਾਈ ਢੇਸਾ ਜੀ ਕਹਿੰਦੇ ਉਹ ਕੀ? ਕਹਿੰਦੇ ਇੱਕ ਤੇ ਹਰ ਵੇਲੇ ਸੁਭਾਅ ਬਣਾਵੇ, ਸ਼ੁਭ ਗੁਣਾਂ ਨੂੰ ਧਾਰਨ ਕਰੇ। ਦੂਸਰਾ ਭਾਂਡਾ ਤਿਆਰ ਕਰਨ ਦੀ ਵਿਧੀ ਹੈ, ਭਾਈ ਸਾਈਂ ਦਾਸ ਜੀ ਕਹਿੰਦੇ ਆ ਹਰ ਵੇਲੇ ਕੋਸ਼ਿਸ਼ ਕਰੇ ਨਾਮ ਬਾਣੀ ਦਾ ਅਭਿਆਸ ਕਰੇ। ਆਖੋ ਸਤਿਨਾਮ। ਸ਼ੁਭ ਗੁਣਾਂ ਨੂੰ ਸੰਭਾਲੇ। ਮੈਨੂੰ ਯਾਦ ਹੈ ਬਾਹਰਲੇ ਮੁਲਕ ਵਿੱਚ ਗੁਰਦੁਆਰਾ ਸਾਹਿਬ ਸੀ ਤੇ ਉਹ ਕਮੇਟੀ ਨੇ ਪ੍ਰਸ਼ਾਦੇ ਪਕਾਉਣ ਵਾਲੀ ਮਸ਼ੀਨ ਲੈਣੀ ਸੀ। ਉੱਥੇ ਆਵਾਜਾਈ ਬਹੁਤ ਹੈ, ਇਕੱਠ ਬਹੁਤ ਹੈ। ਇੰਜ ਪ੍ਰੇਮੀ ਦਾ ਮਨ ਆਇਆ ਵੀ ਚਲੋ ਕਿੰਨੀ ਸੰਗਤ ਪ੍ਰਸ਼ਾਦਾ ਛਕੇਗੀ, ਇਹ ਹਾਜ਼ਰੀ ਮੇਰੇ ਦਸਵੰਧ ਚੋਂ ਲੱਗ ਜੇ। ਆਖੋ ਸਤਿਨਾਮ। ਇਹ ਹਾਜ਼ਰੀ ਮੇਰੇ ਦਸਵੰਧ ਚੋਂ ਲੱਗ ਜੇ। ਉਹ ਗਿਆ ਤੇ ਉਹਨੇ ਪ੍ਰਬੰਧਕਾਂ ਨੂੰ ਕਿਹਾ ਜੀ ਇਹ ਆਟੇ ਦੀ ਮਸ਼ੀਨ ਦੀ ਸੇਵਾ ਮੇਰੀ ਲਿਖ ਲਓ। ਇਹ ਗੁਰੂ ਨੇ ਦਿੱਤਾ ਤੇ ਮੈਂ ਚਾਹੁੰਦਾ ਵੀ ਚਲੋ ਪ੍ਰਸ਼ਾਦੇ ਪਕਣਗੇ, ਸੰਗਤਾਂ ਮੁੱਖ ਲਾਣਗੀਆਂ, ਕਿਤੇ ਮੇਰੇ ਵੀ ਪਾਪ ਧੋਤੇ ਜਾਣਗੇ। ਇਹ ਸੇਵਾ ਮੈਂ। ਉਹ ਕੋ ਪ੍ਰਬੰਧਕ ਕਹਿਣ ਲੱਗਾ ਕਹਿੰਦਾ ਜੀ ਇਹ ਸੇਵਾ ਕੋਈ ਲਿਖਾ ਬੈਠਾ। ਆਖੋ ਸਤਿਨਾਮ। ਆਟੇ ਦੀ ਮਸ਼ੀਨ ਦੀ ਸੇਵਾ ਕੋਈ ਲਿਖਾ ਬੈਠਾ ਹੋਇਆ। ਤੁਸੀਂ ਕੋਈ ਹੋਰ ਲੈ ਲਓ। ਉਹ ਸੱਜਣ ਨੇ ਮੈਨੂੰ ਦੱਸਿਆ ਕਿਤੇ ਕੀਰਤਨ ਸੁਣਦਾ, ਕਹਿੰਦਾ ਮੈਂ ਨਾ ਜੋ ਚੁੱਪ ਜਾ ਕਰ ਗਿਆ। ਕਹਿੰਦੇ ਪ੍ਰਬੰਧਕ ਬੜੇ ਪਿਆਰ ਵਾਲਾ ਸੀ, ਕਹਿੰਦੇ ਵੀ ਚੁੱਪ ਕਿਉਂ ਕਰ ਗਏ ਹੋ? ਕਹਿੰਦੇ ਵੀ ਮੇਰੀ ਬਹੁਤ ਭਾਵਨਾ ਸੀ ਵੀ ਆਟੇ ਦੀ ਮਸ਼ੀਨ ਦੀ ਸੇਵਾ ਮੇਰੀ ਗਰੀਬ ਦੀ ਲੱਗੇ। ਇਹ ਹੁਣ ਕਿਸੇ ਦੀ ਲੱਗ ਗਈ ਹੈ, ਕਿਸੇ ਹੋਰ ਨੇ ਲੈ ਲਈ ਹੈ, ਮੈਂ ਤਾਂ ਚੁੱਪ ਕਰ ਗਿਆ। ਕਹਿੰਦੇ ਉਹ ਪ੍ਰਬੰਧਕ ਮੈਨੂੰ ਕਹਿਣ ਲੱਗਾ ਵੀ ਕੋਈ ਨਹੀਂ, ਉਦਾਸ ਨਾ ਹੋਵੋ, ਇਹ ਕੰਮ ਹੋ ਸਕਦਾ। ਕਹਿੰਦੇ ਜੋ ਕੀ? ਕਹਿੰਦੇ ਆ ਦੋ ਬੰਦਿਆਂ ਦੇ ਸਾਈਨ ਕਰਾ ਦਿਓ, ਉਹਦੀ ਕੱਟੀ ਜਾਏਗੀ, ਤੁਹਾਡੀ ਚੜ ਜਾਏਗੀ। ਆਖੋ ਸਤਿਨਾਮ। ਵਾਹਿਗੁਰੂ। ਸਿਰਫ ਇਸ਼ਾਰਾ ਹੈ, ਸਮਝ ਲੈਣਾ। ਆਹ ਦੋ ਸਾਈਨ ਤੁਸੀਂ ਕਰਾ ਦਿਓ, ਜਿਵੇਂ 10 12 15 ਬੰਦਿਆਂ ਦੀ ਕਮੇਟੀ ਹੁੰਦੀ, ਆਹ ਦੋਵਾਂ ਦੇ ਕਰਾ ਦਿਓ, ਥੋੜੇ ਵੱਡੇ ਆ, ਤੁਹਾਡੇ ਵੱਲੋਂ ਚੜ ਜਾਊਗੀ, ਉਹਦੀ ਕੱਟੀ ਜਾਊਗੀ। ਕਹਿੰਦੇ ਇੱਕ ਵਾਰੀ ਨਾ ਮੇਰੇ ਅੰਦਰ ਉਹ ਛਾਲਾ ਆਇਆ, ਇਹ ਤੇ ਦੋਵੇਂ ਵਾਕਫ ਹੈ। ਆਖੋ ਸਤਿਨਾਮ। ਜਿਨ੍ਹਾਂ ਦੇ ਇਹਨੇ ਨਾਂ ਲਏ ਨੇ ਦੋਵੇਂ ਵਾਕਫ ਹੈ, ਗੱਲ ਹੀ ਕੋਈ ਨਹੀਂ, ਗੱਲ ਹੀ ਕੋਈ ਨਹੀਂ। ਕਹਿੰਦੇ ਇੱਕਦਮ ਆ ਸੰਗਤ ਕਰਦਾ ਸੀ, ਕੀਰਤਨ ਸੁਣਦਾ, ਕਹਿੰਦੇ ਇੱਕਦਮ ਅੰਦਰ ਆਇਆ, ਓਏ ਮਨ ਦੋਵਾਂ ਦੇ ਸੈਨ ਵੀ ਕਰਾ ਲਏਗਾ।
ਆਟੇ ਦੀ ਮਸ਼ੀਨ ਵੀ ਲੈ ਆਏਗਾ, ਮਸ਼ੀਨ ਚੜ ਵੀ ਜਾਏਗੀ, ਪਰ ਹੋ ਸਕਦਾ ਤੇਰੀ ਚੜੀ ਹੋਈ ਵੀ ਕਲਗੀਆਂ ਵਾਲੇ ਨੂੰ ਪ੍ਰਵਾਨ ਨਾ ਹੋਵੇ। ਕਿਉਂ? ਤੂੰ ਕਿਸੇ ਦੀ ਖੁਸ਼ੀ ਲਤਾੜ ਕੇ ਖੁਸ਼ੀ ਲਈ। ਇਹ ਗੱਲਾਂ ਸਮਝਣੀਆਂ। ਯਤਨ ਕਰਿਓ, ਮੈਂ ਵੀ ਪੂਰਾ ਨਹੀਂ। ਕਈ ਵਾਰੀ ਧਾਰਮਿਕ ਕੰਮ ਵੀ ਹੁੰਦਾ, ਕਿਸੇ ਦੀ ਖੁਸ਼ੀ ਲਤਾੜ ਕੇ ਨਹੀਂ। ਆਖੋ ਸਤਿਨਾਮ। ਉਹ ਫਿਰ ਉੱਥੇ ਤੇ ਖਾਤੇ 'ਚ ਪੈਂਦੀ ਨਹੀਂ। ਉਹਨੇ ਫਿਰ ਕਹਿਤਾ ਵੀ ਕਹਿੰਦੇ ਨਹੀਂ, ਜਿਹਨੇ ਲਿਖਾਈ ਹੈ ਇਹ ਉਹੀ, ਮੈਂ ਕੋਈ ਹੋਰ ਹਾਜ਼ਰੀ ਲਾ ਲੂੰ, ਪਰ ਮੈਂ ਕਿਸੇ ਦੀ ਖੁਸ਼ੀ ਲਤਾੜ ਕੇ ਨਹੀਂ ਖੁਸ਼ੀ ਲੈਣੀ। ਆਖੋ ਸਤਿਨਾਮ। ਇਹ ਸੰਗਤ 'ਚ ਆ ਕੇ ਇਹੀ ਹੈ ਜਿਨ ਮਾਨਸ ਤੇ ਦੇਵਤੇ। ਇਹ ਦੋਵੇਂ ਗੱਲਾਂ ਭਾਈ ਢੇਸਾ ਜੀ ਨੇ ਭਾਲੀਆਂ ਮਨ ਵਿੱਚ। ਹੁਣ ਦਰਸ਼ਨ ਕਰਿਓ, ਗੁਰੂ ਹਰਗੋਬਿੰਦ ਸਾਹਿਬ ਖੂਹ ਤੇ ਬੈਠੇ ਆ ਤੇ ਕਿਤੇ ਸਾਹਮਣੇ ਆ ਗਿਆ ਭਾਈ ਢੇਸਾ। ਕਹਿੰਦਾ ਅੱਜ ਤੇ ਬੜੀ ਕਿਰਪਾ ਹੋ ਗਈ, ਬਹੁਤੇ ਸਿੰਘ ਵੀ ਨਹੀਂ ਕੋਲ ਤੇ ਮਹਾਰਾਜ ਬੈਠੇ ਐ। ਖੂਹ ਦੀਆਂ ਟਿੰਡਾਂ 'ਚੋਂ ਪਾਣੀ ਆ ਰਿਹਾ, ਮਹਾਰਾਜ ਆਪਣੀ ਮੌਜ ਵਿੱਚ ਇੰਜ ਹੱਥ ਜੋੜ ਕੇ ਕਹਿੰਦਾ ਮਹਾਰਾਜ ਜਲ ਛਕਾਵਾਂ। ਆਖੋ ਸਤਿਨਾਮ ਵਾਹਿਗੁਰੂ। ਮਹਾਰਾਜ ਜਲ ਛਕਾਵਾਂ। ਤੇ ਗੁਰੂ ਹਰਗੋਬਿੰਦ ਸਾਹਿਬ ਨਾ ਕਹਿੰਦੇ ਲੈ ਆ, ਲੈ ਆ। ਜਲ ਛਕਾਇਆ। ਕਹਿੰਦਾ ਅੱਜ ਸਮਾਂ ਬਣ ਗਿਆ। ਤੇ ਭਾਈ ਢੇਸਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ ਆ ਮਹਾਰਾਜ ਨਾਮ ਬਖਸ਼ੋ, ਮਹਾਰਾਜ ਜੀ ਨਾਮ ਬਖਸ਼ੋ। ਸੁਣਿਓ ਜਵਾਬ, ਮਹਾਰਾਜ ਨਾਮ ਬਖਸ਼ੋ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕੋ ਕੀ ਜਵਾਬ ਦਿੱਤਾ? ਕਹਿੰਦੇ ਅਜੇ ਸਮਾਂ ਨਹੀਂ ਤੇਰਾ। ਆਖੋ ਸਤਿਨਾਮ ਵਾਹਿਗੁਰੂ। ਅਜੇ ਸਮਾਂ ਨਹੀਂ ਤੇਰਾ। ਹੁਣ ਸਾਡੇ ਵਰਗਾ ਹੋਵੇ ਕਵੇ ਜੀ ਮੈਂ ਕੋਈ ਦੁਨਿਆਵੀ ਚੀਜ਼ ਮੰਗ ਰਿਹਾ, ਨਾਮ ਹੀ ਮੰਗ ਰਿਹਾ, ਦਿਓ। ਅਜੇ ਸਮਾਂ ਨਹੀਂ। ਹਾਏ ਹਾਏ ਹਾਏ। ਗੁਰੂ ਅੱਗੇ ਸਵਾਲ ਜਵਾਬ ਨਹੀਂ। ਜਲ ਛਕਾਇਆ। ਕਹਿੰਦਾ ਮਹਾਰਾਜ ਜੀ ਬੇਨਤੀ ਨਾਮ ਬਖਸ਼ੋ। ਮਹਾਰਾਜ ਕਹਿੰਦੇ ਅਜੇ ਸਮਾਂ ਨਹੀਂ ਤੇਰਾ। ਕਹਿੰਦਾ ਜੀ ਫਿਰ ਇੱਕ ਕਿਰਪਾ ਕਰੋ। ਇਹ ਭਾਈ ਵੀਰ ਸਿੰਘ ਨੇ ਲਿਖਿਆ, ਮੈਂ ਗਾ ਕੇ ਬੋਲਾਂਗਾ। ਗੁਰੂ ਹਰਗੋਬਿੰਦ ਸਿੰਘ ਦੇ ਉਹ ਕੀ ਕਹਿੰਦੇ, ਜੇ ਨਾਮ ਦਾ ਸਮਾਂ ਨਹੀਂ ਵੀ ਅਜੇ ਮੇਰੇ ਇੰਨੇ ਪੁੰਨ ਨਹੀਂ ਕਿ ਨਾਮ ਚੱਲ ਪਏ, ਫਿਰ ਆਹ ਕਰ ਦਿਓ ਕਿਰਪਾ। ਇਹ ਭਾਈ ਵੀਰ ਸਿੰਘ ਨੇ ਲਫ਼ਜ਼ ਲਿਖੇ ਹੈ, ਭਾਈ ਢੇਸਾ ਜੀ ਨੇ ਕੀ ਕਿਹਾ, ਫਿਰ ਆਹ ਕਰ ਦਿਓ। ਟੱਠਣੀ ਬਖਸ਼ੀ ਰੱਖਣੀ ਜੀ, ਟੱਠਣੀ ਬਖਸ਼ੀ ਰੱਖਣੀ ਜੀ, ਟੱਠਣੀ ਬਖਸ਼ੀ ਰੱਖਣੀ ਜੀ, ਟੱਠਣੀ ਬਖਸ਼ੀ ਰੱਖਣੀ। ਸੰਗਤ ਬੋਲੇ ਟੱਠਣੀ। ਆਹਾ ਹਾਂ ਟੱਠਣੀ। ਕਈਆਂ ਨੂੰ ਨਾ ਪਤਾ ਲੱਗਾ ਹੋਵੇ ਟੱਠਣੀ ਕੀ ਹੁੰਦੀ ਹੈ। ਵੀ ਜੇ ਅਜੇ ਨਾਮ ਨਹੀਂ, ਮੇਰੇ ਕਰਮ ਨਹੀਂ, ਤੇ ਟੱਠਣੀ ਬਖਸ਼ੀ ਰੱਖਣੀ ਕਿ ਮੈਂ ਤੇਰੇ ਦਰ ਤੋਂ ਇਲਾਵਾ ਕਿਤੇ ਹੋਰ ਨਾ ਟੱਠਾਂ, ਮੈਨੂੰ ਆਪਣੇ ਦਰ ਦੀ ਟੱਠਣੀ ਬਖਸ਼ੀ ਰੱਖਿਓ। ਆਖੋ ਸਤਿਨਾਮ ਵਾਹਿਗੁਰੂ। ਟੱਠਣੀ ਇਹ ਭਾਈ ਵੀਰ ਸਿੰਘ ਨੇ ਲਿਖਿਆ ਉਹ ਸਮਾਂ। ਸਿਰਫ ਉਸ ਲਫ਼ਜ਼ਾਂ ਨੂੰ ਮੈਂ ਗਾ ਕੇ ਪੜ੍ਹ ਰਿਹਾ। ਮੇਰੇ ਗੁਰੂ ਹਰਗੋਬਿੰਦ ਸਾਹਿਬ ਫਿਰ ਕਿਰਪਾ ਕਰਿਓ ਵੀ ਮੈਂ ਇਹ ਤੁਹਾਡੇ ਚਰਨਾਂ ਤੋਂ ਟੁੱਟ ਨਾ ਜਾਵਾਂ, ਟੱਠਣੀ ਬਖਸ਼ੀ ਰੱਖਿਓ। ਆਖੋ ਸਤਿਨਾਮ। ਜੇ ਇੰਤਜ਼ਾਰ ਵੀ ਕਰਾਂ ਤੇ ਟੱਠਣੀ ਬਖਸ਼ੀ ਰੱਖਿਓ। ਤੋ ਸਮਾਪਤੀ ਲਾਵੇ ਇਹ ਟੱਠਣੀ ਬਖਸ਼ੀ ਬੜੀ ਵੱਡੀ ਦਾਤ ਹੈ। ਹੁਣ ਕਿਸੇ ਦੇ ਘਰ ਦੋ ਲੜਕੀਆਂ, ਉਹਨੇ ਤੀਜਾ ਚਾਂਸ ਲਿਆ। ਅਰਦਾਸਾਂ ਬਹੁਤ ਕੀਤੀਆਂ ਵੀ ਮਹਾਰਾਜ ਬੇਟਾ ਹੋਵੇ, ਬੇਟਾ ਹੋਵੇ। ਹੁਣ ਬਾਈ ਚਾਂਸ ਬੇਟੀ ਹੋ ਗਈ ਹੈ, ਤੇ ਜੇ ਟੱਠਣੀ ਬਖਸ਼ੀ ਨਹੀਂ ਮੰਗੀ
ਤੇ ਕਈ ਜੁੜੇ ਹੋਏ ਟੁੱਟ ਜਾਂਦੇ ਆ। ਅਸੀਂ ਤੇ ਇੰਨੇ ਪਾਠ ਕੀਤੇ, ਸਾਡੀ ਫਿਰ ਤੀਜੀ ਕੁੜੀ ਹੋ ਗਈ। ਆਖੋ ਸਤਿਨਾਮ। ਇਹ ਢੱਠਣੀ ਕੀ ਹੈ? ਬਸ ਤੇਰੇ ਅੱਗੇ ਢੱਠਾ ਰਵਾਂ, ਕੋਈ ਹੋਰ ਬੂਆ ਨਾ ਵਿਖਾਈ। ਆਖੋ ਸਤਿਨਾਮ। ਤੇਰੇ ਅੱਗੇ ਡਿੱਗਾ ਰਵਾਂ, ਹੋਰ ਕੋਈ ਬੂਆ ਨਾ ਵਿਖਾਈ। ਇਹ ਬੜੀ ਵੱਡੀ ਦਾਤ ਹੈ। ਜਿਵੇਂ ਫਿਰ ਕੋਈ ਬੰਦਾ ਨਵਾਂ ਨਵਾਂ ਹੋਵੇ ਤੇ ਦੱਸਦਾ ਨਾ, ਤੇ ਇਹ ਫਿਰ ਭਾਈ ਢੇਸਾ ਜੀ ਭਾਈ ਸਾਈਂਦਾਸ ਜੀ ਨੂੰ ਮਿਲੇ ਤੇ ਕਹਿਣ ਲੱਗੇ ਮੈਨੂੰ 6ਵੇਂ ਪਾਤਸ਼ਾਹ ਖੂਹ ਤੇ ਦਰਸ਼ਨ ਹੋਏ। ਅੱਛਾ। ਮੈਂ ਮਹਾਰਾਜ ਨੂੰ ਪੁੱਛਿਆ ਜਲ ਛਕਾਵਾਂ? ਮਹਾਰਾਜ ਕਹਿੰਦੇ ਛਕਾ ਦੇ। ਅੱਛਾ। ਫਿਰ ਮੈਂ ਜਲ ਛਕਾਇਆ। ਫਿਰ ਇਹ ਦੱਸ ਰਿਹਾ ਨਾ ਜਿਵੇਂ ਉਹਦੇ ਵਾਸਤੇ ਬੜੀ ਵੱਡੀ ਗੱਲ। ਤੇ ਕਹਿੰਦੇ ਸਾਈਂਦਾਸ ਜੀ ਫਿਰ ਮੈਂ ਕਹਿਤਾ, ਕੇਸ ਲਾਤਾ ਵੀ ਨਾਮ ਦੀ ਦਾਤ ਬਖਸ਼ੋ। ਅੱਛਾ। ਸਾਈਂਦਾਸ ਫਿਰ ਕਹਿੰਦੇ ਮਹਾਰਾਜ ਕੀ ਕਿਹਾ? ਫਿਰ ਕਹਿੰਦੇ ਉਹਨਾਂ ਕਿਹਾ ਜੇ ਸਮਾਂ ਨਹੀਂ। ਆਖੋ ਸਤਿਨਾਮ। ਤੇ ਤੂੰ ਕੀ ਕਿਹਾ? ਕਹਿੰਦੇ ਫਿਰ ਮੈਂ ਮੰਗ ਲਿਆ ਢੱਠਣੀ ਬਖਸ਼ੀ ਰੱਖਿਓ, ਜੇ ਸਮਾਂ ਨਹੀਂ ਨਾਮ ਦਾ ਤੇ ਮੈਂ ਢੱਠਾ ਤੁਹਾਡੇ ਕੇ ਰਵਾਂ, ਕਿਤੇ ਹੋਰ ਨਾ ਜਾਵਾਂ। ਆਖੋ ਸਤਿਨਾਮ। ਤੇ ਅੱਗੋਂ ਸਾਈਂਦਾਸ ਜੀ ਮਹਾਰਾਜ ਦੇ ਸਾਂਢੂ ਗੁਰੂ ਹਰਗੋਬਿੰਦ ਸਾਹਿਬ ਦੇ ਕਹਿੰਦੇ ਭਲੀ ਗੱਲ ਮੰਗੀ ਆ। ਆਖੋ ਸਤਿਨਾਮ। ਵੀ ਸ਼ਾਬਾਸ਼, ਭਲੀ ਗੱਲ ਮੰਗੀ ਆ। ਜਿਹੜਾ ਮੰਗਿਆ ਇਹਨੇ ਢੱਠਣੀ ਬਖਸ਼ੀ ਤੇ ਫਿਰ ਭਲੀ ਗੱਲ ਮੰਗੀ ਆ। ਹੁਣ ਸਮਾਪਤੀ ਆ ਲਾਈਏ। ਇਸ ਤਰ੍ਹਾਂ ਹੀ ਦਿਨ ਬੀਤਦੇ ਗਏ। ਦੋਵੇਂ ਬਚਨ ਮੰਨਦਾ ਪਿਆ, ਸ਼ੁਭ ਗੁਣਾਂ ਨੂੰ ਧਾਰਨ ਕਰਨਾ ਤੇ ਨਾਮ ਬਾਣੀ ਦਾ ਅਭਿਆਸ ਕਰਨਾ। ਭਾਈ ਢੇਸਾ ਜੀ ਤੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਕੁਝ ਹਫ਼ਤਿਆਂ ਬਾਅਦ ਫਿਰ ਇਸੇ ਤਰ੍ਹਾਂ ਹੀ ਉਸੇ ਖੂਹ ਦੇ ਉੱਤੇ ਇਹਦੇ ਚ ਭਾਈ ਵੀਰ ਸਿੰਘ ਨੇ ਸੀਨ ਲਿਖਿਆ ਵੀ ਖੂਹ ਦੀਆਂ ਟਿੰਡਾਂ ਚੋਂ ਨਾ ਪਾਣੀ ਡਿੱਗਦਾ ਪਿਆ। ਮਹਾਰਾਜ ਦੀ ਪਤਾ ਨਹੀਂ ਕੀ ਲੀਲਾ। ਮਹਾਰਾਜ ਨੇ ਪੈਰ ਅੱਗੇ ਕਰਕੇ ਨਾ ਉਹ ਜਲ ਪੈਰਾਂ ਦੇ ਉੱਤੇ ਪੈ ਰਿਹਾ। ਆਖੋ ਸਤਿਨਾਮ। ਵੀ ਕੁਦਰਤ ਦਾ ਆਨੰਦ ਲੈ ਰਹੇ। ਆਖੋ ਸਤਿਨਾਮ। ਉਹ ਟਿੰਡਾਂ ਦਾ ਜਲ ਪੈਰਾਂ ਦੇ ਉੱਤੇ ਪੈ ਰਿਹਾ, ਚਲਦੀਆਂ ਹੋਈਆਂ ਟਿੰਡਾਂ ਵਿੱਚੋਂ। ਭਾਈ ਢੇਸਾ ਜੀ ਨੇ ਵੇਖਿਆ ਅੱਜ ਫਿਰ ਮੌਕਾ ਬਣ ਗਿਆ। ਹੁਣ ਤੇ ਬੜੇ ਦਿਨ ਬੀਤ ਗਏ। ਇਹਨਾਂ ਫਿਰ ਫੈਲ ਲਾਤੀ, ਸੱਚੇ ਪਾਤਸ਼ਾਹ ਜਲ ਛਕਾਵਾਂ? ਮਹਾਰਾਜ ਕਹਿੰਦੇ ਨਹੀਂ ਲੋੜ। ਕਹਿੰਦਾ ਮਹਾਰਾਜ ਜੀ ਕਿਰਪਾ ਕਰ ਦਿਓ, ਨਾਮ ਬਖਸ਼ ਦਿਓ। ਹਰ ਵੇਲੇ ਯਾਦ ਵਿੱਚ ਨਾਮ ਬਖਸ਼ ਦਿਓ। ਹੁਣ ਅੱਜ ਮਹਾਰਾਜ ਨੇ ਇਹ ਨਹੀਂ ਕਿਹਾ ਜੇ ਸਮਾਂ ਨਹੀਂ। ਜਿਹੜੀ ਗੱਲ ਕਹੀ ਸੁਣਿਓ। ਕਹਿੰਦਾ ਜੀ ਨਾਮ ਬਖਸ਼ੋ। ਮਹਾਰਾਜ ਜੀ ਵੇਖੀ ਜਾਣ, ਹੱਸੀ ਜਾਣ। ਫਿਰ ਕਹਿ ਜੀ ਨਾਮ ਬਖਸ਼ ਦਿਓ। ਮਹਾਰਾਜ ਕਹਿੰਦੇ ਇੰਝ ਕਰ, ਇੱਥੋਂ ਇੱਕ ਕੋਹ ਦੂਰ ਚਲਾ ਜਾ। ਗੱਲ ਬੜੀ ਵੱਡੀ ਜੇ। ਇੱਕ ਕੋਹ ਦੂਰ ਜਾ ਕੇ ਇੱਕ ਘੜੀ ਮਨ ਕਰਕੇ ਵੀ ਤੇ ਤਨ ਕਰਕੇ ਵੀ ਚੁੱਪ ਕਰਕੇ ਬਹਿਣਾ। ਆਖੋ ਸਤਿਨਾਮ। ਗੱਲ ਬੜੀ ਡੂੰਗੀ, ਕੋਈ ਸਮਝ ਪਾਏਗਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਾਮ ਚਾਹੀਦਾ ਨਾ। ਹਾਂਜੀ। ਕਹਿੰਦੇ ਇੱਕ ਕੋਹ ਦੂਰ ਚਲਾ ਜਾ ਵਿਰਾਨ ਜਗ੍ਹਾ ਤੇ। ਇੱਕ ਘੜੀ 24 ਮਿੰਟ ਦੀ ਹੁੰਦੀ ਜੀ। ਇੱਕ ਘੜੀ ਮਨ ਕਰਕੇ ਵੀ ਚੁੱਪ ਰਹਿਣਾ, ਤਨ ਕਰਕੇ ਵੀ। ਤਨ ਕਰਕੇ ਜ਼ਬਾਨ ਤੋਂ ਚੁੱਪ, ਮਨ ਕਰਕੇ ਸਮਝਦੇ ਹੋ ਨਾ ਚੁੱਪ, ਵੀ ਮਨ 'ਚ ਕੋਈ ਫੁਰਨਾ ਨਹੀਂ ਬਣਨ ਦੇਣਾ, ਖਿਆਲ ਹੋਰ ਕਿਧਰੇ ਨਹੀਂ ਜਾਣਾ। ਕਹਿੰਦੇ ਜਾ ਤੇਰੇ ਨਾਲ ਵਾਅਦਾ ਕਰਦੇ ਆ, ਫਿਰ ਇੱਕ ਘੜੀ ਬਾਅਦ ਤੈਨੂੰ ਨਾਮ ਮਿਲ ਜਾਏਗਾ। ਪਹਿਲੇ ਇੱਕ ਘੜੀ ਚੁੱਪ ਕਰਕੇ ਬਹਿਣਾ। ਆਖੋ ਸਤਿਨਾਮ। ਹੁਣ ਹੈ ਬੜੀ ਵੱਡੀ ਗੱਲ ਹੈ। ਨਹੀਂ ਤੇ ਮਨ ਕਿਤੇ ਸਰੀਰ ਬੈਠਾ, ਜ਼ਬਾਨ ਚੁੱਪ ਹੈ, ਪਰ ਮਨ ਜਿਹੜਾ ਇਹ ਕਦੀ ਆਗਰੇ ਪਹੁੰਚਿਆ ਹੁੰਦਾ, ਕਦੀ ਅਮਰੀਕਾ, ਕਦੀ ਕਿਸੇ ਗੱਲ ਚੋਂ। ਤੁਹਾਡੀ ਲਾਈਫ 'ਚ ਵੀ ਆਉਂਦਾ, ਮੇਰੀ 'ਚ ਵੀ ਆਉਂਦਾ। ਕਈ ਵਾਰੀ ਪਾਠ ਕਰਦੇ ਆ, ਗੁਰੂ ਦੀ ਇੰਨੀ ਯਾਦ ਨਹੀਂ ਆਉਂਦੀ ਜਿੰਨਾ ਦੁਸ਼ਮਣ ਸਾਹਮਣੇ ਆਉਂਦਾ ਬਾਰ-ਬਾਰ। ਆਖੋ ਸਤਿਨਾਮ। ਉਹਨੇ ਮੇਰੇ ਨਾਲ ਇੰਝ ਕੀਤਾ, ਉਹਨੇ ਮੇਰੇ ਨਾਲ ਇੰਝ। ਇਸ ਤਰ੍ਹਾਂ ਦੇ ਮਨ 'ਚ ਖਿਆਲ ਬਣਨੇ, ਸਮਝ ਲਓ ਮਨ ਚੁੱਪ ਕਰਕੇ ਨਹੀਂ ਬੈਠਾ। ਚੁੱਪ ਕਰਕੇ ਨਹੀਂ ਬੈਠਾ। ਗੁਰੂ ਸਾਹਿਬ ਕਹਿੰਦੇ ਜਾ ਇੱਕ ਕੋਹ ਚਲਾ ਜਾ ਭਾਈ ਢੇਸਾ, ਇੱਕ ਘੜੀ ਚੁੱਪ ਕਰਕੇ ਬਹਿਣਾ, ਮਨ ਕਰਕੇ ਵੀ ਤੇ ਤਨ ਕਰਕੇ ਵੀ, ਫਿਰ ਤੈਨੂੰ ਨਾਮ ਮਿਲੇਗਾ। ਹੁਣ ਗੁਰੂ ਸਾਹਿਬ ਦਾ ਹੁਕਮ ਸੀ ਮਨ ਕਰਕੇ ਵੀ ਤੇ ਤਨ ਕਰਕੇ ਚੁੱਪ ਕਰਕੇ ਬਹਿਣਾ। ਹੁਣ ਬਹਿ ਗਿਆ, ਹੁਣ ਤਨ ਕਰਕੇ ਤੇ ਬਹਿ ਗਿਆ। ਤੇ ਭਾਈ ਵੀਰ ਸਿੰਘ ਲਿਖਦੇ, ਕਹਿੰਦੇ ਮਨ ਕਰਕੇ ਕਦੀ ਪੰਛੀਆਂ ਦੀ ਆਵਾਜ਼ ਆਉਂਦੀ ਤੇ ਮਨ ਉਧਰ ਚਲਾ ਜਾਂਦਾ, ਕਦੀ ਇੰਦਰੀਆਂ ਦੀ ਛਾਂ-ਛਾਂ ਦੀ ਆਵਾਜ਼ ਆਉਂਦੀ ਤੇ ਮਨ ਉਧਰ ਚਲਾ ਜਾਂਦਾ।
ਕਦੀ ਕੀੜੇ ਮਕੌੜੇ ਉਹਨਾਂ ਦੀ ਆਵਾਜ਼ ਆਂਦੀ ਤੇ ਉਧਰ ਚਲਾ ਜਾਂਦਾ। ਫਿਰ ਕਹਿੰਦਾ ਉਹ ਮਨਾ 24 ਮਿੰਟ ਦੀ ਘੜੀ ਹੈ, 4 ਬੀਤ ਗਏ। ਮਨਾ ਚੁੱਪ ਕਰ, ਵਾਹਿਗੁਰੂ ਸ਼ਬਦ ਵੱਲ ਧਿਆਨ ਲਾ। ਉਹ ਫੇਰ ਵਾਹਿਗੁਰੂ ਸ਼ਬਦ ਵੱਲ ਲਾਉਂਦਾ ਧਿਆਨ, 1 ਮਿੰਟ ਨਹੀਂ ਬੀਤਦਾ ਉਹ ਵੈਰੀ ਸਾਹਮਣੇ ਆਣੇ ਸ਼ੁਰੂ ਹੋ ਗਏ। ਇਹਨੇ ਮੇਰੇ ਨਾਲ ਆਹ ਕੀਤਾ, ਇਹਨੇ ਮੇਰੇ ਨਾਲ ਆਹ ਕੀਤਾ, ਫਲਾਣੇ ਨੇ ਆਹ ਕੀਤਾ। 3-4 ਮਿੰਟ ਹੋਰ ਬੀਤ ਗਏ। ਫਿਰ ਮਨ ਨੂੰ ਲਿਆਂਦਾ, ਫਿਰ ਸ਼ਬਦ ਦੀ ਹੋੜ 'ਚ ਮਨ ਲਿਆਂਦਾ। ਉਹ ਮਨਾ ਕਿੱਧਰ ਜਾਈ ਜਾਂਦਾ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਮਨ ਕਰਕੇ ਵੀ ਚੁੱਪ ਰਹਿਣਾ ਤੂੰ ਫਿਰ ਮਨਾ ਕਿੱਧਰ ਦੌੜਦੇ। ਉਹ ਜਦੋਂ ਫਿਰ ਮਨ ਨੂੰ ਲਿਆਂਦਾ 1 ਮਿੰਟ ਬਾਅਦ ਫਿਰ ਮਨ ਕਿਤੇ ਵੈਰੀਆਂ 'ਚ ਗਿਆ ਸੀ, ਹੁਣ ਮਿੱਤਰਾਂ 'ਚ ਚਲਾ ਗਿਆ। ਆਖੋ ਸਤਿਨਾਮ। ਫਲਾਣਾ ਮਿੱਤਰ, ਫਲਾਣਾ ਮਿੱਤਰ, ਫਲਾਣਾ ਮਿੱਤਰ, ਫਲਾਣੀ ਗੱਲ। ਬੀਤਦਿਆਂ 16 ਮਿੰਟ 17 ਮਿੰਟ ਰਾਗ ਆ ਗਿਆ। ਸੱਚੇ ਪਾਤਸ਼ਾਹ ਅੱਜ ਵੀ ਚਾਂਸ ਗਿਆ, ਅੱਜ ਵੀ ਚਾਂਸ ਗਿਆ। ਤੁਸੀਂ ਕਿਹਾ ਸੀ ਤਾਂ ਨਾਮ ਮਿਲੇਗਾ। 1 ਘੜੀ ਚੁੱਪ ਕਰਕੇ ਬਹਿਣਾ, ਮਨ ਕਰਕੇ ਮੈਂ ਕੀ ਕਰਾਂ, ਇਹ ਮਨ ਪੈਂਦਾ ਹੀ ਨਹੀਂ। ਤੇ ਕਹਿੰਦਾ ਇੰਜ ਕਰਦੇ ਆ, 14-15 ਮਿੰਟ ਬੀਤ ਗਏ। ਕਹਿੰਦੇ ਸਾਈਂ ਦਾਸ ਮਿੱਤਰ ਹੈ ਮੇਰਾ, ਮਹਾਰਾਜ ਦਾ ਸੰਧੂ ਜੀ, ਉਹ ਗੁਰਮੁਖ ਆਤਮਾ। ਕਹਿੰਦੇ ਸੁਰਤੀ 'ਚ ਉਹਦਾ ਚਿਹਰਾ ਲਿਆਣਾ ਤੇ ਸਾਈਂ ਦਾਸ ਨੂੰ ਪੁੱਛਣਾ ਕੀ ਕਰਾਂ। ਹੁਣ ਉਹ ਸਾਈਂ ਦਾਸ ਦਾ ਚਿਹਰਾ ਲਿਆਂਦਾ ਤੇ ਚਿਹਰਾ ਆਂਦਾ ਹੀ ਨਹੀਂ ਸੁਰਤੀ 'ਚ। ਆਖੋ ਸਤਿਨਾਮ। ਇਹ ਵੀ ਵਸਤਾ ਜੇ ਜਿਹਦੀ ਮੈਲ ਜ਼ਿਆਦਾ ਹੋਏਗੀ, ਗੁਰਮੁਖ ਦਾ ਚਿਹਰਾ ਵੀ ਨਹੀਂ ਜੇ ਆਂਦਾ। ਮੈਲ ਜ਼ਿਆਦਾ ਹੋਏਗੀ, ਤੁਸੀਂ ਕਹੋ ਮੈਂ ਆਪਣੀ ਬਿਰਤੀ ਗੁਰੂ ਚਰਨਾਂ 'ਚ ਲੈ ਜਾ, ਜਾਂਦੀ ਨਹੀਂ, ਹੋਰ ਬੰਨੇ ਜਾਂਦੀ ਹੈ। ਕਿਉਂ? ਇਹ ਮੈਲ ਜ਼ਿਆਦਾ, ਮੈਲ ਜ਼ਿਆਦਾ। ਉਹ ਸਾਈਂ ਦਾਸ ਦਾ ਚਿਹਰਾ ਹੀ ਨਹੀਂ ਆਂਦਾ, ਗੁਰਮੁਖ ਆਤਮਾ ਦਾ ਚਿਹਰਾ ਨਹੀਂ ਆਂਦਾ ਜੇ ਮੈਲ ਬਹੁਤ ਜ਼ਿਆਦਾ ਹੋਵੇ। ਰੋ ਪਿਆ ਉਧਰੋਂ 21 ਮਿੰਟ 22 ਮਿੰਟ। ਮਹਾਰਾਜ ਕੀ ਬਣੇਗਾ, ਅੱਜ ਫਿਰ ਰਹਿ ਗਿਆ ਮੈਂ। ਇੰਨਾ ਵਿਰਾਗ ਕੀਤਾ, ਇੰਨਾ ਵਿਰਾਗ ਕੀਤਾ। ਕਹਿੰਦੇ ਅੱਖਾਂ 'ਚੋਂ ਅਥਰੂ ਵਗ ਰਹੇ। ਮਹਾਰਾਜ ਮੈਂ ਬੜਾ ਜ਼ੋਰ ਲਾਇਆ, ਮਨ ਨਹੀਂ ਬੈਠਾ ਚੁੱਪ ਕਰਕੇ। ਮਹਾਰਾਜ ਮੈਂ ਬੜਾ ਜ਼ੋਰ ਲਾਇਆ। ਕਹਿੰਦੇ ਵਿਰਾਗ ਦੇ ਵਿੱਚੋਂ ਭਾਈ ਵੀਰ ਸਿੰਘ ਲਿਖਦੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਦਰਸ਼ਨ ਹੋਏ। ਕਹਿ ਦਿਓ ਗੱਜ ਕੇ ਸਤਿਨਾਮ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਦਰਸ਼ਨ ਹੋਏ, ਚਿਹਰੇ ਦੇ ਨਹੀਂ ਹੋਏ। ਤੇ ਚਰਨਾਂ ਦੇ ਦਰਸ਼ਨ ਹੋਏ। ਭਾਈ ਵੀਰ ਸਿੰਘ ਲਿਖਦੇ ਵਿਰਾਗ ਬੜਾ। ਉਧਰੋਂ ਸਾਰੇ 2 ਮਿੰਟ ਰਹਿ ਗਏ, 24 ਮਿੰਟ ਦੀ ਘੜੀ 21-22 ਮਿੰਟ ਹੋ ਗਏ। ਤੇ ਕਹਿੰਦੇ ਚਰਨਾਂ ਦੇ ਦਰਸ਼ਨ ਹੋਏ ਤੇ ਇੱਕ ਆਵਾਜ਼ ਆਈ, ਕਹੋ ਵਾਹਿਗੁਰੂ। ਆਖੋ ਸਤਿਨਾਮ ਵਾਹਿਗੁਰੂ। ਭਾਈ ਵੀਰ ਸਿੰਘ ਲਿਖਦੇ ਕਿ ਇੰਜ ਆਵਾਜ਼ ਆਈ, ਕਹੋ ਵਾਹਿਗੁਰੂ। ਕਹਿੰਦੇ ਜਦੋਂ ਆਵਾਜ਼ ਆਈ, ਇਹਨੇ ਵਾਹਿਗੁਰੂ ਜਪਿਆ ਤੇ ਸਾਧ ਸੰਗਤ ਜੀ ਨਾਮ ਚੱਲ ਪਿਆ। ਆਖੋ ਸਤਿਨਾਮ ਵਾਹਿਗੁਰੂ। ਉਹ ਰਸ ਚੱਲ ਪਿਆ। ਹੁਣ ਮੈਂ ਕਿਵੇਂ ਦੱਸਾਂ? ਇੱਕ ਹੁੰਦਾ ਰਸਨਾ ਤੇ ਜਾਪ, ਇੱਕ ਕੰਠ 'ਚ ਹੈ, ਫਿਰ ਹਿਰਦੇ 'ਚ ਹੈ, ਸੁਰਤੀ 'ਚ ਹੈ, ਦਸਮ ਦੁਆਰ 'ਚ ਹੈ। ਆ ਜਿੰਨੇ ਰੋਮ ਨੇ ਬਾਬਾ ਜੀ ਦੀ ਗਿਣਤੀ ਲਾ ਲਾਂਗੇ। ਬਾਬਾ ਦੀਪ ਸਿੰਘ ਜੀ ਦੀ, ਬਾਬਾ ਜੀ ਦਾ ਹਰ ਰੋਮ ਜਪਜੀ ਸਾਹਿਬ ਪੜ੍ਹਦਾ ਸੀ। ਆਖੋ ਸਤਿਨਾਮ। ਹਰ ਰੋਮ, ਕੋਈ ਗਿਣਤੀ ਨਹੀਂ। ਔਰ ਇਹ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਇੱਕ ਟਾਈਮ ਆਉਂਦਾ ਗੁਰਮੁਖ ਦਾ ਨਾਮ ਕੱਲਾ ਰਸਨਾ ਤੇ ਨਹੀਂ, ਹਰ ਰੋਮ ਵਾਹਿਗੁਰੂ ਜਪਦਾ। ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਜ ਸਮਾਵੇ। ਹਰ ਰੋਮ। ਭਾਈ ਨੰਦ ਲਾਲ ਜੀ ਮੰਗਦੇ, ਗੁਰੂ ਗੋਬਿੰਦ ਸਿੰਘ ਜੀ ਆ ਦੇ ਦਿਓ, ਹਰ ਰੋਮ ਕਰਦੇ ਜੀਵ ਮੇਰੀ, ਇਹ ਕਰ ਕਰਮ ਸਿਫਤ ਸਾਈਂ ਦੀ ਕਰਾਂ ਮੈਂ ਦਮ ਦਮ। ਇੱਕ ਟਾਈਮ ਆਉਂਦਾ, ਇੱਕ ਰਸਨਾ ਥੋੜੀ ਲੱਗਦੀ ਹੈ। ਸੱਚੇ ਪਾਤਸ਼ਾਹ ਹਰ ਰੋਮ ਰਸਨਾ ਬਣ ਜੇ, ਤੇਰੇ ਗੁਣ ਇੰਨੇ ਨੇ। ਆਖੋ ਸਤਿਨਾਮ। ਉਹ ਫਿਰ ਜਦੋਂ ਆਵਾਜ਼ ਆਈ ਗਿਆ ਵੀ ਕਹੋ ਵਾਹਿਗੁਰੂ, ਕਹਿੰਦੇ ਜਦੋਂ ਵਾਹਿਗੁਰੂ ਕਿਹਾ ਤੇ ਭਾਈ ਢੇਸੇ ਦਾ ਨਾਮ ਚੱਲ ਪਿਆ। ਆਖੋ ਸਤਿਨਾਮ। ਹੁਣ ਨਹੀਂ ਪਤਾ ਲੱਗਾ ਉਹ ਘੜੀ ਕਿੱਥੇ ਮੁੱਕੀ। ਦੂਜੀ ਘੜੀ ਲੰਘ ਗਈ, ਤੀਜੀ ਲੰਘ ਗਈ, ਚੌਥੀ ਲੰਘ ਗਈ, ਪੰਜਵੀਂ ਲੰਘ ਗਈ। ਜੁੜ ਗਿਆ, ਜੁੜ ਗਿਆ। ਜੋ ਮੰਗਦਾ ਸੀ ਕਰਤੀ ਛੇਵੇਂ ਪਾਤਸ਼ਾਹ ਕਿਰਪਾ, ਦੇਤੀ ਮਿਹਰ। ਕਹਿੰਦੇ ਕਾਫੀ ਸਮੇਂ ਬਾਅਦ ਜਦੋਂ ਸਮਾਧੀ ਖੁੱਲੀ, ਆਇਆ ਛੇਵੇਂ ਪਾਤਸ਼ਾਹ ਕਿੱਥੇ? ਫਲਾਣੀ ਜਗ੍ਹਾ। ਉਹ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਗਿਆ ਤੇ ਮਹਾਰਾਜ ਹੱਸ ਪਏ। ਕਹਿੰਦੇ
ਬੈਠ ਆਇਆ ਚੁੱਪ ਆਖੋ ਸਤਨਾਮ। ਵਾਹਿਗੁਰੂ। ਤੇ ਭਾਈ ਵੀਰ ਸਿੰਘ ਲਿਖਦੇ ਆ ਵੀ ਭਾਈ ਢੇਸਾ ਜੀ ਨੇ ਕੀ ਕਿਹਾ, 3 ਵਾਰੀ ਕਿਹਾ। ਕਹਿੰਦਾ ਮਹਾਰਾਜ ਮੈਂ ਮੂਰਖ ਹਾਂ, ਮੈਂ ਮੂਰਖ ਹਾਂ, ਮੈਂ ਮੂਰਖ ਹਾਂ। ਕਹਿ ਦਿਓ ਗੱਜ ਕੇ ਸਤਨਾਮ। ਆ ਸਿੱਖੀ ਹੈ, ਨਿਕਲ ਗਈ ਮੈਂ। ਮਹਾਰਾਜ ਮੈਂ ਮੂਰਖ ਹਾਂ, ਮੈਂ ਮੂਰਖ ਹਾਂ, ਮੈਂ ਮੂਰਖ ਹਾਂ। ਇਹ ਤਨ ਇਹ ਮਨ ਭੌਂਕਣਾ ਟਿਕਦਾ ਹੀ ਨਹੀਂ। ਕਦੀ ਕੋਈ ਆਵਾਜ਼, ਕਦੀ ਵੈਰੀਆਂ 'ਚ, ਕਦੀ ਮਿੱਤਰਾਂ 'ਚ। ਇਹ ਪਤਾ ਨਹੀਂ ਖੀਰਲੇ ਮਿੰਟਾਂ ਵਿੱਚ ਤੇਰੀ ਕੀ ਕਿਰਪਾ ਹੋਈ ਹੈ, ਤੂੰ ਕਿਹੜਾ ਝਲਕਾਰਾ ਮਾਰਿਆ ਕਿ ਰਸ ਬਖਸ਼ ਦਿੱਤਾ ਜੇ। ਆਖੋ ਸਤਨਾਮ। ਰਸ ਬਖਸ਼ ਦਿੱਤਾ। ਗਾ ਕੇ ਪੜਨ ਲੱਗਾ, ਜਿਹਦੇ ਤੇ ਕਿਰਪਾ ਕਰ ਦਵੇਂ ਤੇ ਖੀਰਲੇ ਮਿੰਟਾਂ ਵਿੱਚ ਹੀ ਨਾਮ ਦੇਤਾ, ਸਮਾਧੀ ਦੇਤੀ, ਅੰਦਰ ਦਾ ਰਸ ਦੇਤਾ। ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਵੱਡ ਭਾਗੀ ਨਾਨਕ ਜਨ ਸੇ। ਖਾਲੀ ਗਿਆ ਭਰਿਆ ਆਇਆ, ਖਾਲੀ ਗਿਆ ਤੇ ਭਰਿਆ ਆਇਆ, ਖਾਲੀ ਗਿਆ। ਸਮਾਪਤੀ ਕਰ ਰਹੇ ਹਾਂ ਜੀ। ਇਹ ਸਾਰਾ ਸੀਨ ਉਧਰ ਦਾ ਜੀ, ਡਰੋਲੀ ਦਾ, ਸਾਈਂ ਦਾਸ ਜੀ ਦੇ ਨਗਰ ਦਾ। ਇਹ ਫਿਰ ਸਾਈਂ ਦਾਸ ਕਮਰੇ 'ਚ ਆ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ, ਸਾਈਂ ਦਾਸ ਇਹ ਭਾਈ ਢੇਸੇ ਨੂੰ ਜਿਹੜੀ ਅੱਜ ਪ੍ਰਾਪਤੀ ਹੋਈ ਹੈ, ਇਹ ਤੇਰੇ ਸਦਕਾ ਹੋਈ ਹੈ। ਆਖੋ ਸਤਨਾਮ। ਇਹ ਤੇਰੇ ਸਦਕਾ ਹੋਈ ਹੈ। ਦੂਜੇ ਲਫ਼ਜ਼ ਸੁਣਿਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਈਂ ਦਾਸ ਇਹਨੂੰ ਰਾਸ ਪਾਤੀ ਹੈ। ਗੱਲਾਂ ਬੜੇ ਧਿਆਨ ਨਾਲ ਸੁਣਿਓ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਰਾਸ ਪਾਤੀ ਹੈ, ਹੁਣ ਰਾਸ ਗਵਾ ਨਾ ਲਵੇ, ਤੂੰ ਧਿਆਨ ਰੱਖੀ ਇਹਦਾ। ਆਏ ਹਾਏ ਆਖੋ ਸਤਨਾਮ। ਵਾਹਿਗੁਰੂ। ਧਿਆਨ ਰੱਖੀ। ਉਹ ਕਹਿੰਦਾ ਮਹਾਰਾਜ ਮੈਂ ਕਿਵੇਂ ਧਿਆਨ ਰੱਖਾਂ? ਇਹ ਸੁਣਿਓ, ਇਹ ਗੱਲਾਂ ਲੋੜ ਹੁੰਦੀਆਂ। ਮਹਾਰਾਜ ਕਹਿੰਦੇ ਧਿਆਨ ਰੱਖਣਾ ਇਹੀ ਹੈ, ਇਹਨੂੰ ਸਤਸੰਗ ਕਰਾਂਦਾ ਰਹੀ। ਸਤਸੰਗ ਵਿੱਚ ਇਹਦਾ ਧਿਆਨ ਆਪਣੇ ਆਪ ਹੀ ਰੱਖਿਆ ਜਾਏਗਾ। ਸਤਸੰਗ ਡਿੱਗਦੇ ਨੂੰ ਵੀ ਬਚਾ ਲੈਂਦਾ ਹੈ। ਕਹਿ ਦਿਓ ਗੱਜ ਕੇ ਸਤਿ। ਸੰਗਤ ਜ਼ਰੂਰ ਰਹਿ ਕਰੋ। ਸੰਗਤ ਚ ਆ ਕੇ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਗੁਣ ਮਿਲ ਜਾਣਾ, ਕੋਈ ਪਤਾ ਨਹੀਂ। ਆਖੋ ਸਤਨਾਮ। ਮਹਾਰਾਜ ਕਹਿੰਦੇ ਰਾਸ ਪਾਤੀ ਏ ਸਾਈਂ ਦਾ ਜੀ, ਧਿਆਨ ਰੱਖਣਾ ਤਾਂ ਕਿ ਇਸ ਰਾਸ ਨੂੰ ਸੰਭਾਲ ਸੰਭਾਲ ਕੇ ਅਸਲੀ ਰਾਸ ਵਾਲਾ ਬਣ ਜਾਵੇ। ਆਖੋ ਸਤਨਾਮ। ਇਹ ਮੈਨੂੰ ਮਹਾਂਪੁਰਸ਼ਾਂ ਬਚਨ ਸੁਣਾਇਆ ਸੀ ਜੀ, ਅੱਧੇ ਮਿੰਟ ਦਾ। ਕਹਿੰਦੇ ਰੱਬ ਕਣੀ ਹਰ ਇੱਕ ਨੂੰ ਦਿੰਦਾ। ਇਹ ਸੁਣਿਓ ਤੁਹਾਨੂੰ ਚੰਗਾ ਲੱਗੇ। ਰੱਬ ਮੌਕਾ ਹਰ ਇੱਕ ਨੂੰ, ਕਣੀ ਹਰ ਇੱਕ ਨੂੰ ਦਿੰਦਾ। ਇਹ ਬਾਬਾ ਸੁਖਦੇਵ ਸਿੰਘ ਨੇ ਬਚਨ ਸੁਣਾਇਆ ਜੀ। ਕਹਿੰਦੇ ਉਹ ਕਣੀ ਲਾਈਟ ਦੇਤੀ ਹੈ, ਕਣੀ ਦੇਤੀ ਹੈ। ਕਹਿੰਦੇ ਉਹ ਕਣੀ ਕਈ ਅਣਜਾਣ ਪੁਣੇ 'ਚ ਉਹਨੂੰ ਬੁਝਾ ਕੇ ਬਹਿ ਜਾਂਦੇ ਆ, ਕਈ ਉਸ ਕਣੀ ਨਾਲ ਹੋਰ ਕਈ ਦੀਵੇ ਜਗਾ ਦਿੰਦੇ। ਆਖੋ ਸਤਨਾਮ। ਲਾਈਟ ਦਿੰਦਾ ਰੱਬ। ਹੁਣ ਨਹੀਂ ਤਰੀਕਾ ਆਇਆ ਤੇ ਬੁਝਾ ਕੇ ਬਹਿ ਗਿਆ। ਤੇ ਜੇ ਜੁਗਤੀ ਨਾਲ ਗੁਰੂ ਨੇ ਓਟ ਆਸਰੇ 'ਚ ਸੰਭਾਲੀ ਗਿਆ ਤੇ ਫਿਰ ਉਹ ਕੱਲਾ ਨਹੀਂ ਤਰਦਾ ਕਈਆਂ ਨੂੰ। ਆਖੋ ਸਤਨਾਮ। ਮਹਾਰਾਜ ਨੇ ਉਹ ਕਿਹਾ ਅੱਜ ਇਹਨੂੰ ਕਣੀ ਦੇਤੀ ਹੈ, ਇਹਦੀ ਰਾਸ ਦਾ ਧਿਆਨ ਰੱਖੀ ਸਾਈਂ ਦਾ, ਇਹਨੂੰ ਸਤਸੰਗ ਕਰਾਂਦਾ ਰਹੀ।